ਕੱਲ੍ਹ ਹੀ ਸੋਚ ਰਹੀ ਸੀ ਕਿ ਮੈਨੂੰ 20-25 ਸਾਲ ਹੋ ਗਏ ਐਂਡ ਹੁਣ ਮੈਂ ਆਪਣੀ ਪੇ ਕੱਟ ਨਾਲ ਖੁਸ਼ ਹਾਂ ਮੈਂ ਆਈ ਵਾਸ ਲਾਈਕ ਯਾਰ ਇੰਨੇ ਸਾਲ ਲੱਗੇ ਨਹੀਂ ਤਾਂ ਇੰਸਟੈਂਟਲੀ ਹੁੰਦਾ ਨਾ ਵਿਦ ਹੀਰੋਜ਼ ਇੱਕ ਗਾਣਾ ਹਿੱਟ ਹੋ ਜਾਂਦਾ ਪਹਿਲੀ ਫਿਲਮ ਵਿੱਚ ਇੰਨਾ ਮੰਗ ਲੈਂਦੇ ਹਨ ਲਾਈਕ ਹੈ ਇੱਕ ਫਿਲਮ ਕੀਤੀ ਨਹੀਂ ਦੈਟ ਮਚ ਸੋ ਬਸ ਲਗੇ ਰਹੋ ਐਂਡ ਇਮਾਨਦਾਰੀ ਨਾਲ ਕੰਮ ਕਰੋ ਐਂਡ ਓਨਲੀ ਹਾਰਡ ਵਰਕ ਪੇਸ ਆਫ ਬੋਲ ਮਿੱਟੀ ਦਿਆ ਬਾਬਿਆ ਓਏ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਓਏ ਮੇਰਾ ਸੋਹਣਾ ਮਾਹੀ ਆ ਜਾ ਹੋ ਪਿਓਰ ਇੱਕ ਜਿਵੇਂ ਖੇਤਾਂ 'ਚ ਕੰਮ ਕਰਨ ਵਾਲੀ ਕੰਮ ਹੀ ਨਹੀਂ ਹੁੰਦੀ ਹਨਾ ਜਿਹਨੂੰ ਕੋਈ ਰੰਗ ਰੂਪ ਦਾ ਨਹੀਂ ਬਸ ਆਪਦੀ ਉਮਰ ਨੂੰ ਆਪਦੀ ਏਜ ਨੂੰ ਆਪਦੀ ਜੋ ਉਹਦਾ ਕਲਚਰ ਹੈ ਉਹਨੂੰ ਹੰਢਾ ਰਹੀ ਹੈ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਰਵੀਨਾ ਇਹ ਸ਼ਿਕਾਇਤ ਆ ਆਈ ਥਿੰਕ ਇਹਨਾਂ ਨੂੰ ਮਿਲ ਕੇ ਯੂਨੀਅਨ ਖੜੀ ਹੋਣੀ ਚਾਹੀਦੀ ਹੈ ਇੱਕ ਦੂਜੇ ਨਾਲ ਗੱਲ ਕਰੋ ਵੀ ਇੰਨਾ ਤਾਂ ਹੋਣਾ ਚਾਹੀਦਾ ਐਂਡ ਜੇ ਕਿਸੇ ਨੇ ਉਸ ਤੋਂ ਕੱਟ ਕੀਤਾ ਦੈਨ ਯੂ ਨੋ ਦੈਟਸ ਰੋਂਗ ਬਿਕਾਜ਼ ਆਈ ਹੁੰਦਾ ਜੇ ਦੋ ਮਨਾ ਕਰਨਗੇ ਫਿਰ 100 ਹੋਰ ਖੜੇ ਆ ਕਰਨ ਲਈ ਇਹ ਨਾ ਇੱਥੇ ਵੀ ਮੁੱਠੀ ਬਣੀ ਹੈ ਇੱਥੇ ਵੀ ਮੁੱਠੀ ਬਣਾਉਣ ਦੀ ਹੁਣ ਲੋੜ ਹੈ ਯੈਸ ਉਹ ਬਹੁਤ ਜ਼ਰੂਰੀ ਕਿਉਂਕਿ ਇੱਕ ਜਣੇ ਨਾਲ ਕੋਈ ਚੇਂਜ ਨਹੀਂ ਆਊਗਾ ਜੇ ਅਸੀਂ ਨਾਲ ਜੁੜ ਕੇ ਯੂ ਨੋ ਆਵਾਜ਼ ਉਠਾਵਾਂਗੇ ਦੈਟਸ ਫॉर ਐਨੀਬਾਡੀ ਤਾਂ ਹੀ ਚੇਂਜ ਆਊਗਾ ਮੈਨੂੰ ਪਹਿਲਾਂ ਸਮਝ ਹੀ ਨਹੀਂ ਆਇਆ ਕਿ ਕਿਵੇਂ ਕਰਨਾ ਆ ਮੈਂ ਕਿਹਾ ਪਲੀਜ਼ ਕਰਕੇ ਦਿਖਾਓ ਤਾਂ ਉਹ ਵੀ ਇਹੋ ਜਿਹੇ ਹੈਗੇ ਨੇ ਥੋੜਾ ਜਿਹਾ ਨਾ ਸੋ ਉਹਨਾਂ ਨੇ ਕਰਕੇ ਦਿਖਾਇਆ ਤੇ ਫਿਰ ਮੈਂ ਵਿੱਚ ਥੋੜਾ ਓਵਰ ਯੂ ਨੋ ਪਾਇਆ ਨਹੀਂ ਸੇ ਖੁੱਲ ਜਾਓ ਮੈਮ ਖੁੱਲ ਜਾਓ ਹੋਰ ਕਰੋ ਆਪਣੇ ਓਕੇ ਮੈਨੂੰ ਉਹਦਾ ਪੋਟੈਂਸ਼ੀਅਲ ਪਤਾ ਹੈ ਐਂਡ ਐਕਚੁਅਲੀ ਮੈਂ ਤਾਂ ਕਿਹਾ ਵੀ ਨਹੀਂ ਸੀ ਕਿ ਉਹਨੂੰ ਲੈ ਲਓ ਰੋਲ ਲਈ ਇਹਨਾਂ ਨੇ ਆਪਸ ਵਿੱਚ ਹੀ ਕਰ ਲਿਆ ਸੀ ਐਂਡ ਕਿਉਂਕਿ ਮੈਨੂੰ ਨਹੀਂ ਆਈ ਥਿੰਕ ਕਈ ਵਾਰ ਉਹ ਗਲਤ ਹੋ ਜਾਂਦਾ ਕਿ ਰੁੱਕੂ ਨੂੰ ਲੈ ਲਓ ਬਿਕਾਜ਼ ਮੇਰੀ ਸਿਸਟਰ ਐਂਡ ਡਾਇਰੈਕਟਰ ਉਹਦੀ ਵਿਜ਼ਨ ਕੁਝ ਹੁੰਦੀ ਆ ਸੋ ਇਹ ਇਹਨਾਂ ਦਾ ਡਿਸੀਜਨ ਸੀ ਉਹਨਾਂ ਨੇ ਰੁੱਕੂ ਨੂੰ ਆਪੇ ਫੋਨ ਕਰਕੇ ਕਰ ਲਿਆ ਸਤਿ ਸ਼੍ਰੀ ਅਕਾਲ ਪੰਜਾਬ ਪਲੱਸ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਫਿਲਮ ਆ ਰਹੀ ਹੈ 15 ਸਤੰਬਰ ਨੂੰ ਬੂਹੇ ਬਾਰੀਆਂ ਤੇ ਮੇਰੇ ਨਾਲ ਇਸ ਟਾਈਮ ਆਇਰਨ ਲੇਡੀ ਤੇ ਪੰਜਾਬੀ ਇੰਡਸਟਰੀ ਦੀ ਆਨ ਬਾਨ ਸ਼ਾਨ ਤੇ ਕੁਈਨ ਨੀਰੂ ਬਾਜਵਾ ਬੈਠੇ ਤੇ ਉੱਚੇ ਸੁਰਾਂ ਦੀ ਮਲਿਕਾ ਜਸਵਿੰਦਰ ਬਰਾੜ ਨੀਰੂ ਬਾਜਵਾ ਮੈਮ ਉਹ ਨੇ ਜਿਨ੍ਹਾਂ ਨੇ ਬੂਹੇ ਬਾਰੀਆਂ ਫਿਲਮ ਤਾਂ ਦੇਖੋ ਲੈ ਕੇ ਆ ਹੀ ਰਹੇ ਨੇ ਲੇਕਿਨ ਸਾਰੇ ਆਰਟਿਸਟਾਂ ਲਈ ਬੂਹੇ ਬਾਰੀਆਂ ਸਾਰੀਆਂ ਖੋਲਤੀਆਂ ਨੇ ਤੇ ਹਰ ਇੱਕ ਜੂਨੀਅਰ ਆਰਟਿਸਟ ਤੋਂ ਲੈ ਕੇ ਵੱਡੇ ਆਰਟਿਸਟ ਹਰ ਕਿਸੇ ਨੂੰ ਲੀਡ ਦੇ ਵਿੱਚ ਅਲੱਗ ਹੀ ਤਰੀਕੇ ਦਾ ਮੌਕਾ ਦਿੱਤਾ ਹੈ ਤੇ ਆਪਣੇ ਆਪ ਨੂੰ ਆਪਣੇ ਟੈਲੈਂਟ ਨੂੰ ਅਲੱਗ ਤਰੀਕੇ ਨਾਲ ਪੇਸ਼ ਕਰਨ ਦਾ ਵੀ ਇੱਕ ਮੌਕਾ ਦਿੱਤਾ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਥੈਂਕ ਯੂ ਸੋ ਮਚ ਸਵਾਗਤ ਥੈਂਕ ਯੂ ਰਾਜੀ ਕੀ ਹਾਲ ਚਾਲ ਅਸੀਂ ਚੜ੍ਹਦੀ ਕਲਾ ਬਹੁਤ ਬਹੁਤ ਮੁਬਾਰਕਾਂ ਪਹਿਲੇ ਤਾਂ ਬੂਹੇ ਬਾਰੀਆਂ ਥੈਂਕ ਯੂ ਸੋ ਮਚ बट एक कॉन्सेप्ट जो है ज़्यादा पुराना भी नहीं बट 1995 का दौर भी एक तरीके ਨਾਲ ਆਪਾਂ ਦੇਖ ਰਹੇ ਹਾਂ ਬਟ ਲੇਡੀਜ਼ ਨੂੰ ਦਬਾ ਕੁਚਲ ਕੇ ਜਿਸ ਤਰੀਕੇ ਅੱਗੇ ਨਹੀਂ ਵਧਣ ਦਿੱਤਾ ਅਸੀਂ ਐਕਚੁਅਲੀ ਇਹਦੀ ਕੋਈ ਈਅਰ ਨਹੀਂ ਰੱਖੀ ਕੋਈ ਪੀਰੀਅਡ ਫਿਲਮ ਨਹੀਂ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਸ ਫਿਲਮ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਅੱਜ ਵੀ ਹੋ ਰਿਹਾ ਹੈ ਹਾਂ ਜ਼ਰੂਰ ਪਿੰਡ ਵਿੱਚ ਸੈਟਿੰਗ ਸਾਡੀ ਫਿਲਮ ਸੈਟ ਆ ਬਟ ਇਹ ਜੋ ਆਪਾਂ ਗੱਲਾਂ ਕਰ ਰਹੇ ਹਾਂ ਇਹਦੇ ਵਿੱਚ ਇਹ ਹਰ ਕਲਾਸ ਦੇ ਵਿੱਚ ਹੁੰਦੀਆਂ ਪੜ੍ਹੀ ਲਿਖੀਆਂ ਕੁੜੀਆਂ ਨਾਲ ਹੁੰਦੀਆਂ ਨੇ ਆਈ ਮੀਨ ਅਮੀਰ ਖਾਨਦਾਨ ਦੀਆਂ ਹੁੰਦੀਆਂ ਨੇ ਸਾਰਿਆਂ ਨਾਲ ਸੋ ਜੋ ਵੀ ਇਸ ਫਿਲਮ ਨੂੰ ਦੇਖੂਗਾ ਚਾਹੇ ਉਹ ਹਰ ਕਲਾਸ ਦੇ ਹਰ ਜਨਰੇਸ਼ਨ ਇਸ ਫਿਲਮ ਦੇ ਨਾਲ ਕਨੈਕਸ਼ਨ ਜ਼ਰੂਰ ਪਾਉਗੀ ਲੇਕਿਨ ਫਿਰ ਵੀ ਦੇਖੋ ਨਾ ਕਿ ਪੜ੍ਹ ਲਿਖ ਕੇ ਵੀ ਇੰਨਾ ਅੱਗੇ ਵੱਧ ਕੇ ਵੀ ਸਾਨੂੰ ਆਪਣੇ ਹੱਕਾਂ ਲਈ ਲੜਨ ਦੀ ਲੋੜ ਕਿਉਂ ਪੈਂਦੀ ਇਹੀ ਤਾਂ ਅਸੀਂ ਬੂਹੇ ਬਾਰੀਆਂ 'ਚ ਕਹਿ ਰਹੇ ਹਾਂ ਕਿ ਆਪਣੀ ਸੋਚ ਬਦਲੋ ਖੁਦ ਦੀ ਸੋਚ ਬਦਲੋ ਯੂ ਨੋ ਫਿਰ ਹੀ ਬਾਹਰ ਲੋਕਾਂ ਦੀ ਸੋਚ ਬਦਲੋ ਨਿਕਲੋ ਕੋਸ਼ਿਸ਼ ਕਰੋ ਆਪਣੇ ਸਾਥੀ ਬਣਾਓ ਜਿਹੜੇ ਤੁਹਾਡੇ ਵਰਗੀ ਸੋਚ ਵਾਲੇ ਨੇ ਕਿ ਕਹਿੰਦੇ ਇੱਕ ਉਂਗਲ ਰਹੂਗੀ ਤਾਂ ਸ਼ਾਇਦ ਵਕਤ ਦੇ ਝਮੇਲਿਆਂ ਨਾਲ ਥੋੜੇ ਉਹ ਹੋਵੇ ਜਦੋਂ ਕਹਿੰਦੇ ਇਹ ਪੰਜੇ ਇਕੱਠੀਆਂ ਹੋ ਜਾਂਦੇ ਤਾਂ ਉਦੋਂ ਕੁਸੁੰਨ ਬਣ ਜਾਂਦਾ ਤੇ ਬੂਹੇ ਬਾਰੀਆਂ 'ਚ ਕਿ ਕੁਸੁੰਨ ਬਣਿਆ ਉਹ ਖਾਇਆ ਹੋਇਆ ਪੂਰੀ ਟੀਮ ਦਾ ਅੱਛਾ ਔਰਤਾਂ ਲਈ ਇੱਕ ਚੀਜ਼ ਹੈ ਨਾ ਕਿ ਦੋ ਘਰ ਰੱਬ ਨੇ ਬਣਾਏ ਆ ਦੋਨੋਂ ਹੀ ਪਰਾਏ ਹੈ ਕੋਈ ਕਹਿੰਦਾ ਕਿ ਪੇਕੇ ਮਤਲਬ ਪਰਾਏ ਘਰ ਜਾਣਾ ਫਿਰ ਕੋਈ ਕਹਿੰਦਾ ਪਰਾਏ ਘਰ ਤੋਂ ਆਈ ਹੈ ਪੇਕਿਆਂ ਨੂੰ ਮੈਂ ਪਰਾਇਆ ਘਰ ਨਹੀਂ ਮੰਨਦੀ ਉਹ ਤਾਂ ਬੜੀ ਰਿਸਪੈਕਟ ਨਾਲ ਬੜੇ ਪਿਆਰ ਨਾਲ ਪਰਾਏ ਘਰ ਤੋਰਦੇ ਬਹੁਤ ਸਾਰਾ ਕੁਝ ਦੇ ਕੇ ਨਾਲੇ ਤਾਂ ਆਪਣੀ ਬੇਟੀ ਦਿੰਦੇ ਆ ਨਾਲੇ ਬਹੁਤ ਸਾਰਾ ਧਨ ਦਿੰਦੇ ਆ ਹਾਲਾਂਕਿ ਮੈਂ ਮੰਨਦੀ ਆ ਵੀ ਉਹ ਆਪਣੀ ਬੇਟੀ ਦੀ ਸਾਰੀ ਉਮਰ ਦੀ ਰੋਟੀ ਨਾਲ ਦੇ ਦਿੰਦੇ ਆ ਹਨਾ ਇਹ ਨਹੀਂ ਹੋਣਾ ਚਾਹੀਦਾ ਜਾਣਾ ਤਾਂ
ਅਗਲੇ ਦੇ ਘਰੇ ਆ, ਉਹਦੇ ਬੱਚੇ ਪੈਦਾ ਕਰਨੇ ਆ, ਉਹਦੀ ਪੀੜ੍ਹੀ ਚਲਾਉਣੀ ਆ, ਉਹਦਾ ਪੂਰਾ ਪਰਿਵਾਰ ਸਾਹਮਣੇ ਹੈ। ਪਰ ਫਿਰ ਵੀ ਪੇਰੈਂਟਸ ਆਪਦੇ ਕੋਲੇ ਕੁਝ ਨਹੀਂ ਰੱਖਦੇ, ਪਿਆਰ ਤਾਂ ਲਟਾਉਂਦੇ ਹੀ ਲਟਾਉਂਦੇ ਨੇ, ਨਾਲ ਨਾਲ ਜਿਹੜੀ ਉਹਨਾਂ ਕੋਲੇ ਪ੍ਰਾਪਰਟੀ ਹੁੰਦੀ ਹੈ, ਧਨ ਹੁੰਦਾ ਜੋੜਿਆ ਮਾਂ-ਬਾਪ ਦਾ, ਉਹ ਵੀ ਦਿੰਦੇ ਨੇ। ਪਰ ਉਸ ਦੇ ਬਾਵਜੂਦ ਵੀ ਇੱਕ ਗੱਲ ਹੁੰਦੀ ਵੀ ਚੱਕ ਟੈਚੀ ਜਾ ਨਿਕਲੇ ਤੋਂ। ਪਰ ਅੱਜ ਜ਼ਿਆਦਾ ਨਹੀਂ, 20% ਔਰਤਾਂ ਮੈਂ ਵੇਖਦੀ ਹਾਂ, ਜਿਵੇਂ ਨੀਰੂ ਜੀ ਕਹਿੰਦੇ ਵੀ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੈ, ਆਪ ਦਾ ਘਰ ਹੋਣਾ ਬਹੁਤ ਜ਼ਰੂਰੀ ਹੈ, ਜਿੱਥੇ ਤੁਹਾਨੂੰ ਨਾ ਪੇਕੇ ਕਹਿ ਸਕਣ, ਨਾ ਸਹੁਰੇ, ਨਾ ਆਪਣੇ ਬੱਚੇ ਕਹਿ ਸਕਣ ਵੀ ਹੁਣ ਜੀ ਅਸੀਂ ਤੁਹਾਨੂੰ ਸਾਂਭ ਨਹੀਂ ਸਕਦੇ। ਹਰ ਇੱਕ ਆਰਟਿਸਟ ਨੂੰ ਆਪਣੇ ਆਪ ਦਾ ਹੁਨਰ ਪੇਸ਼ ਕਰਨ ਦਾ ਇੱਕ ਮੌਕਾ ਦਿੱਤਾ ਗਿਆ। ਪਹਿਲੀ ਵਾਰ ਇਦਾਂ ਦੀ ਫਿਲਮ ਦੇਖੀ ਬਿਲਕੁਲ ਜੀ। ਤੁਸੀਂ ਲਾ ਲਓ ਹਰ ਕਰੈਕਟਰ ਨੂੰ ਇੱਦਾਂ, ਭਾਵੇਂ ਉਹ 2 ਮਿੰਟ ਦਾ ਰੋਲ ਆ, ਭਾਵੇਂ ਉਹ 10 ਮਿੰਟ ਦਾ ਰੋਲ ਹੈ, ਉਸ ਰੋਲ ਦੇ ਅੰਦਰ ਜਾਨ ਪਾਈ ਹੈ ਸਾਡੇ ਡਾਇਰੈਕਟਰ ਸਾਹਿਬ ਨੇ, ਨਾਲ ਨਾਲ ਪੂਰੀ ਟੀਮ ਦੀ। ਇੱਕ ਦੂਜੇ ਨੂੰ ਵੀ ਸਮਝਾਉਂਦੇ ਸੀ ਸਪੋਰਟਸ। ਜਦੋਂ ਮੈਂ ਸੀਨ ਕੀਤੇ ਸੀ ਤਾਂ ਮੇਰੇ ਨਾਲ ਪੂਰੀ ਰਿਸ਼ੀ ਮੈਮ, ਭੰਗੂ ਮੈਮ ਸਾਰੇ ਨਾਲ ਹੁੰਦੇ ਸੀ, ਤੇ ਉਹ ਮੈਨੂੰ ਨਾਲ ਸੀ। ਜਦੋਂ ਮੈਂ ਨੀਰੂ ਮੈਮ ਕੋਲੇ ਗਈ ਥਾਣੇ 'ਚ, ਮੈਂ ਕਿਹਾ ਲੈ ਵੀ ਹੁਣ ਪੈ ਗਿਆ ਪੰਗਾ। ਤੇ ਪਰ ਇੰਨਾ ਕੰਫਰਟੇਬਲ ਮੈਨੂੰ ਮਹਿਸੂਸ ਕਰਾਇਆ ਜਦੋਂ ਉਹ ਸ਼ਾਟ ਮੈਂ ਦੂਜੀ ਵਾਰ ਦਿੱਤਾ, ਤੇ ਮੈਨੂੰ ਲੱਗਿਆ ਹੀ ਨਹੀਂ ਵੀ ਮੇਰੇ ਨਾਲ ਨੀਰੂ ਹੈ। लेकिन लेडी चुलबुल पांडे भी नजर आए, 1-2 का 4 भी नजर आ रहे हैं। हाँ, ये सारा जो क्रेडिट आ मैं आपके राइटर ਨੂੰ ਦੇਣਾ ਚਾਹੁੰਦੀ ਹਾਂ, ਜਗਦੀਪ ਜੀ ਨੂੰ। ਜਦੋਂ ਮੈਨੂੰ ਕੈਰੈਕਟਰ ਦੱਸਿਆ ਗਿਆ ਤਾਂ I was like ਹਾਂ ਮੈਂ ਕਰੂੰਗੀ। ਤਾਂ ਉਹਨਾਂ ਨੇ ਮੈਨੂੰ ਪਹਿਲਾਂ ਸਮਝ ਹੀ ਨਹੀਂ ਆਇਆ ਕਿ ਕਿਵੇਂ ਕਰਨਾ ਆ। ਮੈਂ ਕਿਹਾ ਪਲੀਜ਼ ਕਰਕੇ ਦਿਖਾਓ। ਤਾਂ ਉਹ ਵੀ ਇਹੋ ਜਿਹੇ ਹੈਗੇ ਨੇ ਥੋੜ੍ਹਾ ਜਿਹਾ ਨਾ, ਸੋ ਉਹਨਾਂ ਨੇ ਕਰਕੇ ਦਿਖਾਇਆ। ਤੇ ਫਿਰ ਮੈਂ ਵਿੱਚ ਥੋੜਾ ਓਵਰ ਪਾਇਆ ਨਹੀਂ ਸੀ। ਖੁੱਲ ਜਾਓ ਹੁਣ ਮੈਮ, ਖੁੱਲ ਜਾਓ, ਹੋਰ ਕਰੋ। ਗੁਪਚੁਪ ਹਾਂ ਚੁੱਪ। ਉਹ ਸਾਡੇ ਐਡੀਟਰ ਭਰਤ ਦਾ ਕਮਾਲ ਆ, ਜਿਹਨੇ ਫਿਲਮ ਐਡਿਟ ਕੀਤੀ ਹੈ ਤੇ ਟ੍ਰੇਲਰ ਐਡਿਟ ਕੀਤਾ ਹੈ। ਸੋ ਸਾਰਿਆਂ ਦਾ ਮਤਲਬ ਬਹੁਤ ਇੰਪੋਰਟੈਂਟ ਰੋਲ ਹੈ। ਬਸ ਜੋ ਤੁਹਾਨੂੰ ਇੱਥੇ ਦਿਸਦੇ ਆ, ਇਹਨਾਂ ਨੇ ਨਹੀਂ ਸਿਰਫ ਫਿਲਮ ਬਣਾਈ, ਸਾਡੇ ਐਡੀਟਰ, ਸਿਨੇਮਾਟੋਗ੍ਰਾਫਰ, ਬੈਕਗ੍ਰਾਊਂਡ ਮਿਊਜ਼ਿਕ, ਆਈ ਫਿਲਮ ਬਣਦੀ ਹੈ। लेकिन रुबीना का कैरेक्टर बहुत ज़्यादा यूनिक तो डिफरेंट है, ना कोई मेकअप ना कोई कुछ, इतनी सिंपल ऑन स्क्रीन। हाँ, आई मैं कहनी कि अक्सर एक्टर्स है ना पोटेंशियल यूज़ नहीं होंदा साडी इंडस्ट्री च। एंड आई थिंक स्पैशली कुड़ियां दा पोटेंशियल। सो मैनू ਉਹਦਾ पोटेंशियल पता है। एंड एक्चुअली मैं तो ਕਿਹਾ ਵੀ ਨਹੀਂ ਸੀ ਕਿ ਉਹਨੂੰ ਲੈ ਲਓ ਰੋਲ ਲਈ, ਇਹਨਾਂ ਨੇ ਆਪਸ ਵਿੱਚ ਹੀ ਕਰ ਲਿਆ ਸੀ। ਐਂਡ ਕਿਉਂਕਿ ਮੈਨੂੰ ਨਹੀਂ ਆਈ ਥਿੰਕ ਕਈ ਵਾਰ ਉਹ ਗਲਤ ਹੋ ਜਾਂਦਾ ਕਿ ਰੁੱਕੂ ਨੂੰ ਲੈ ਲਓ, ਬਿਕਾਜ਼ ਮੇਰੀ ਸਿਸਟਰ ਐਂਡ ਡਾਇਰੈਕਟਰ ਉਹਦੀ ਵਿਜ਼ਨ ਕੁਛ ਹੁੰਦੀ ਆ। ਸੋ ਇਹ ਇਹਨਾਂ ਦਾ ਡਿਸੀਜਨ ਸੀ, ਉਹਨਾਂ ਨੇ ਰੁੱਕੂ ਨੂੰ ਆਪੇ ਫੋਨ ਕਰਕੇ ਕਰ ਲਿਆ। ਸੋ ਆਈ ਵੈਰੀ ਹੈਪੀ ਕਿ ਉਹਨੇ ਫਿਲਮ ਕੀਤਾ। ਸਾਰੇ ਮੈਮ ਨੇ ਬਹੁਤ ਵੱਡਾ ਕੰਪਲੀਮੈਂਟ ਦਿੱਤਾ। ਮੈਂ ਜਦੋਂ ਮਤਲਬ ਪਹਿਲੀ ਵਾਰ ਰਬੀਨਾ ਨੂੰ ਦੇਖਿਆ, ਮੈਂ ਜਦੋਂ ਗਾਣਾ ਮੈਂ ਸ਼ੂਟ ਕਰ ਲਿਆ, ਮੈਂ ਕਿਹਾ ਵੀ ਨੱਚ ਰਹੇ ਸੀ ਪੂਰੇ, ਮਤਲਬ ਕਰੀ ਜਾਵਾਂ ਵੀ ਕੁੜੀ ਦੇਖੀ ਆ ਕਿਤੇ, ਨਾਲੇ ਮੈਂ ਗਾਣਾ ਸ਼ੂਟ ਕਰ ਰਹੀ ਹਾਂ, ਮੈਂ ਐਕਟ ਵੀ ਕਰ ਰਹੀ ਹਾਂ। ਅਤੇ ਜਦੋਂ ਮੈਂ ਅਸੀਂ ਸ਼ਾਟ ਦੇ ਕੇ ਸਟੇਜ 'ਤੇ ਹੀ ਬਹਿ ਗਏ, ਅਤੇ ਬੜੇ ਰਿਲੈਕਸ ਹੋ ਕੇ ਰਬੀਨਾ ਮੇਰੇ ਕੋਲ ਬੈਠੇ। ਅਤੇ ਮੈਂ ਜਦੋਂ ਮੈਂ ਕਿਹਾ ਅੱਛਾ ਰਬੀਨਾ, ਵੀ ਮੈਂ ਰਬੀਨਾ ਨੂੰ ਇੱਕ ਕੰਪਲੀਮੈਂਟ ਦਿੱਤਾ। ਮੈਂ ਕਿਹਾ ਵੀ ਤੁਸੀਂ ਪਿਓਰ ਇੱਕ ਜਿਵੇਂ ਖੇਤਾਂ 'ਚ ਕੰਮ ਕਰਨ ਵਾਲੀ ਕੰਮ ਹੀ ਨਹੀਂ ਹੁੰਦੀ ਹੈ ਨਾ, ਜਿਹਨੂੰ ਕੋਈ ਰੰਗ ਰੂਪ ਦਾ ਨਹੀਂ, ਬਸ ਆਪਦੀ ਉਮਰ ਨੂੰ, ਆਪਦੀ ਏਜ ਨੂੰ, ਆਪਦੀ ਜੋ ਉਹਦਾ ਕਲਚਰ ਹੈ ਉਹਨੂੰ ਹੰਢਾ ਰਹੀ ਹੈ। ਅਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਰਬੀਨਾ, ਸੱਚੀ ਮੈਨੂੰ ਨਹੀਂ ਪਤਾ ਲੱਗਿਆ। ਇੰਨਾ ਉਹਨੇ ਮਹਿਸੂਸ ਹੀ ਨਹੀਂ ਕੀਤਾ ਵੀ ਮੇਰੇ ਮੇਕਅਪ ਹੋਣੀ ਚਾਹੀਦੀ ਹੈ ਜਾਂ ਮੈਂ ਥੋੜ੍ਹੀ ਜਿਹੀ ਐਂ ਦਿਸਣੀ ਚਾਹੀਦੀ। ਨਹੀਂ, ਪੂਰਾ ਰੋਲ ਦੇ ਅੰਦਰ ਖੁੱਭ ਕੇ ਕੰਮ ਕੀਤਾ। ਤਾਂ ਹੀ ਤਾਂ ਕਿਹਾ ਜਾਂਦਾ ਕਲਾਕਾਰ ਤਾਂ ਕਲਾਕਾਰ ਹੀ ਹੈ, ਕਲਾਕਾਰੀ ਕਰਨਾ ਕੰਮ ਹੈ, ਜਿਵੇਂ ਚਿੱਤਰਕਾਰ ਦਾ ਕੰਮ ਹੈ ਚਿੱਤਰਕਾਰੀ ਕਰਨਾ। ਉਹਨਾਂ ਨੇ ਬਾਕੀ ਆਪਦੇ ਆਪ ਨੂੰ ਖੂਬਸੂਰਤ ਐਕਟ ਕਰਕੇ ਦਿਖਾਤਾ। ਇੱਕ ਚੀਜ਼ ਹੈ ਕਿ ਹਾਲੇ ਇੰਟਰਵਿਊ ਕਰਕੇ ਆਇਆ ਮੈਂ ਮੈਮ ਦੀ, ਤੇ ਉਹ ਗੱਲ ਕਰਦੇ ਸੀ ਕਿ ਬੇਸ਼ੱਕ ਪੰਜਾਬੀ ਇੰਡਸਟਰੀ ਚੇਂਜ ਹੋ ਰਹੀ ਹੈ, ਮੌਕਾ ਹੁਣ ਹਰ ਆਰਟਿਸਟ ਨੂੰ ਮਿਲ ਰਿਹਾ ਲੀਡ 'ਤੇ ਕੰਮ ਕਰਨ ਦਾ, ਬਟ ਪੇ ਸਕੇਲ ਦੀ ਜਦ ਗੱਲ ਆਉਂਦੀ ਹੈ ਫਿਰ ਉਹੀ ਚੀਜ਼ਾਂ ਨੇ ਕਿ ਪੇ ਦੇ ਵਿੱਚ ਵਾਧਾ ਨਹੀਂ, ਕਿਉਂਕਿ ਜਿਵੇਂ ਲੀਡ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਟਾਈਮ ਚੇਂਜ ਹੁੰਦਾ ਜਾਂਦਾ ਹੈ, ਉਹਨਾਂ ਦਾ ਕੱਦ ਵੱਧਦਾ ਜਾਂਦਾ ਹੈ, ਪੇ ਸਕੇਲ ਵੀ ਵੱਧ ਰਹੀ ਹੈ। ਬਟ ਜਿਹੜੇ ਜੂਨੀਅਰ ਆਰਟਿਸਟ ਵਗੈਰਾ ਹੁੰਦੇ ਨੇ ਤੇ ਬੈਕ 'ਤੇ ਹਮੇਸ਼ਾ ਰਹਿ ਜਾਂਦੇ ਨੇ, ਉਹਨਾਂ ਦੇ ਉਹੀ ਪੇ ਸਕੇਲ। ਆਈ ਥਿੰਕ ਮਤਲਬ ਜੇ ਯੂਨਿਟੀ ਹੋਊਗੀ ਇਹਨਾਂ 'ਚ ਤਾਂ ਫਿਰ ਉਹ ਵੀ ਵੱਧ ਜੂਗੀ, ਮੈਨੂੰ ਲੱਗਦਾ ਹੈ। ਪਰ ਅਕਸਰ ਹੁੰਦਾ ਹੈ ਕਿ ਇੱਕ ਐਕਟਰ, ਚਾਹੇ ਉਹ ਐਕਟਰੈਸ ਹੋ ਜਾਂ ਐਕਟਰ ਹੋ, ਉਹ ਮਨਾ ਕਰ ਦਿੰਦੇ ਆ ਕਿ ਨਹੀਂ ਆਹ ਪੇਮੈਂਟ ਹੋਣੀ ਚਾਹੀਦੀ ਆ, 10 ਹੋਰ ਖੜੇ ਹੋ ਜਾਂਦੇ ਆ, ਚਲੋ ਅਸੀਂ ਫ੍ਰੀ 'ਚ ਹੀ ਕਰ ਦਾਂਗੇ। ਸੋ ਇਹ ਚੀਜ਼ ਹੁੰਦੀ ਆ। ਸੋ ਸਹੀ ਗੱਲ, ਬਿਲਕੁਲ ਸਹੀ ਕਿ ਆਪਦੀ ਪਾਵਰ ਦਿਖਾਓ ਵੀ ਹਾਂ ਮੈਂ ਕੰਮ ਕਰ ਸਕਦਾ, ਮੈਨੂੰ ਇੰਨੇ ਪੈਸੇ ਚਾਹੀਦੇ। ਇੱਕ ਵਾਰੀ ਨਾ ਹੋ ਜੂ, 2 ਵਾਰੀ ਨਾ ਹੋ ਜੂ, ਅਗਰ ਤੁਹਾਡੇ 'ਚ ਟੈਲੈਂਟ ਹੈ ਤਾਂ ਵਾਕਈ
ਐਂਡ ਜੇ ਇਹ ਸ਼ਿਕਾਇਤ ਆ ਆਈ ਥਿੰਕ ਇਹਨਾਂ ਨੂੰ ਮਿਲ ਕੇ ਇੱਕ ਯੂਨੀਅਨ ਖੜੀ ਹੋਣੀ ਚਾਹੀਦੀ ਹੈ, ਇੱਕ ਦੂਜੇ ਨਾਲ ਜਾਂ ਇੱਕ ਦੂਜੇ ਨਾਲ ਗੱਲ ਕਰੋ ਵੀ, ਇੰਨਾ ਕੁ ਤਾਂ ਹੋਣਾ ਚਾਹੀਦਾ। ਐਂਡ ਜੇ ਕਿਸੇ ਨੇ ਉਸ ਤੋਂ ਘੱਟ ਕੀਤਾ ਦੈਨ ਯੂ نو ਦੈਟਸ ਰੋਂਗ, ਬਿਕਾਜ਼ ਆਈ ਹੁੰਦਾ ਹੈ, ਜੇ ਦੋ ਮਨਾ ਕਰਨਗੇ ਫਿਰ 100 ਹੋਰ ਖੜੇ ਆ ਕਰਨ ਲਈ। ਇਹ ਨਾ ਇੱਥੇ ਵੀ ਮੁੱਠੀ ਬਣੀ ਹੈ, ਇੱਥੇ ਵੀ ਮੁੱਠੀ ਬਣਾਉਣ ਦੀ ਹੁਣ ਲੋੜ ਹੈ। ਯੈਸ, ਉਹ ਬਹੁਤ ਜ਼ਰੂਰੀ, ਕਿਉਂਕਿ ਇੱਕ ਜਣੇ ਨਾਲ ਕੋਈ ਚੇਂਜ ਨਹੀਂ ਆਊਗਾ। ਜੇ ਅਸੀਂ ਨਾਲ ਜੁੜ ਕੇ ਯੂ نو ਆਵਾਜ਼ ਉਠਾਵਾਂਗੇ, ਦੈਟਸ ਫॉर ਐਨੀਬਾਡੀ, ਤਾਂ ਹੀ ਚੇਂਜ ਆਊਗਾ। ਅੱਛਾ, ਇੱਕ ਚੀਜ਼ ਇਹ ਵੀ ਹੈ ਕਿ ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਇਸ ਘਰ ਤੋਂ ਤੇਰੀ ਡੋਲੀ ਉੱਠੀ ਹੈ, ਅਰਥੀ ਹੀ ਵਾਪਸ ਆਊਗੀ। ਇਹ ਸੋਚ ਨੂੰ ਕਿਵੇਂ ਦੇਖਦੇ? ਬਹੁਤ ਬੁਰੀ ਸੋਚ, ਸੌਰੀ। ਇਹ ਸੋਚ ਪਹਿਲਾਂ ਪੇਰੈਂਟਸ ਪਤਾ ਕਿਉਂ ਰੱਖਦੇ ਹੁੰਦੇ ਸੀ, ਕਿਉਂਕਿ ਕੁੜੀਆਂ ਵਿਚਾਰੀਆਂ ਅਨਪੜ੍ਹ ਹੁੰਦੀਆਂ ਸੀ, ਹੈਨਾ, ਉਹਨਾਂ ਨੇ ਚਾਰ ਦੀਵਾਰੀ ਦੇ ਅੰਦਰ ਹੀ ਜ਼ਿੰਦਗੀ ਗੁਜ਼ਾਰੀ ਹੁੰਦੀ ਸੀਗੀ, ਤੇ ਇੱਕ ਕਲਚਰ ਇੰਨਾ ਕੁ ਟਾਈਟ ਸੀਗਾ ਉਦੋਂ ਤਾਂ ਜਿਹੜੀਆਂ ਵਿਆਹ ਕੇ ਤੋਰਦੀਆਂ ਸੀ ਉਹਨਾਂ ਨੂੰ ਵੀ ਵਿਚਾਰੀਆਂ ਨੂੰ ਘੁੰਡ ਤੋਂ ਤਾਂ ਦੇਖਣ ਦਾ ਮਤਲਬ ਹੁਕਮ ਨਹੀਂ ਸੀਗਾ, ਤੇ ਜਿਸ ਔਰੇ 'ਚ ਜਿਸ ਦਾਇਰੇ 'ਚ ਉਹ ਰਹਿੰਦੀਆਂ ਸੀ ਤੇ ਉਹੀ ਆਪਦੀਆਂ ਬੱਚੀਆਂ ਨੂੰ ਉਹ ਕਹਿੰਦੀਆਂ ਸੀ ਵੀ ਹੁਣ ਉੱਥੋਂ ਤੇਰੀ ਅਰਥੀ ਆਊਗੀ, ਤੇ ਇੱਕ ਬਾਉਂਡ ਕਰਕੇ ਪਹਿਲਾਂ ਹੀ ਉਹਦੇ ਅੰਦਰ ਇੱਕ ਡਰ ਅਤੇ ਸਹਿਮ ਬਿਠਾ ਕੇ ਸਹੁਰਿਆਂ ਦੇ ਭੇਜ ਦਿੱਤਾ ਜਾਂਦਾ ਸੀ, ਤੇ ਉੱਥੇ ਇੱਕ ਡਰ ਨਾਲ ਹੀ ਉਹ ਪੂਰੀ ਜ਼ਿੰਦਗੀ ਕੱਢ ਦਿੰਦੇ ਸੀ। ਤੇ ਕਹਿੰਦੇ ਜਿਹੇ ਜਿਹੀ ਸੁਸਾਇਟੀ ਹੁੰਦੀ ਹੈ, ਜਿਹੀ ਸੁਸਾਇਟੀ 'ਚ ਜਿਹੜੇ ਡਰ 'ਚ ਉਹ ਵਿਚਾਰੀ ਰਹਿੰਦੀ ਸੀ, ਉਹੀ ਡਰ ਉਹ ਆਪਦੇ ਬੱਚਿਆਂ ਨੂੰ ਦੇ ਦਿੰਦੀ ਸੀ। ਹੁਣ ਆਪਾਂ ਘੁੰਮ ਫਿਰ ਲਏ, ਇਹ ਨਹੀਂ ਵੀ ਅਸੀਂ ਸੱਟਾਂ ਨਹੀਂ ਖਾਧੀਆਂ ਜ਼ਿੰਦਗੀ 'ਚ, ਜਾਂ ਸਾਡੇ ਨਾਲ ਕੋਈ ਮਾੜਾ ਸਮਾਂ ਨਹੀਂ ਆਇਆ, ਪਰ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਉਹ ਚੀਜ਼ ਨੂੰ ਬੱਚੇ ਦੇ ਅੰਦਰ ਭਰਿਆ ਨਹੀਂ, ਅਸੀਂ ਉਹ ਆਪਦੇ ਬੱਚਿਆਂ ਨੂੰ ਉਹਨਾਂ ਤੋਂ ਦੂਰ ਕੀਤਾ ਵੀ, ਹੈ ਨਾ, ਵੀ ਕੋਈ ਵੀ ਬੁਰਾਈ ਆਉਂਦੀ ਹੈ ਤੁਸੀਂ ਡਟ ਕੇ ਸਾਹਮਣਾ ਕਰਨਾ, ਸਾਨੂੰ ਦੱਸਣਾ, ਅਸੀਂ ਤੁਹਾਡੇ ਪੇਰੈਂਟਸ ਆ, ਤੁਹਾਨੂੰ ਕੋਈ ਬਲੈਕਮੇਲ ਨਾ ਕਰ ਸਕੇ, ਤੁਹਾਨੂੰ ਕੋਈ ਤੰਗ ਨਾ ਕਰ ਸਕੇ, ਤੁਸੀਂ ਆਪਣੇ ਪੈਰਾਂ ਤੇ ਖੜਾ ਹੋਣਾ। ਅੱਛਾ ਨੀਰੂ ਮੈਮ, ਹੁਣ ਤੱਕ ਇੰਡਸਟਰੀ ਨੂੰ ਇੰਨੀ ਵੱਡੀ ਦੇਣ ਹੈ, ਕਲੀ ਜੋਟਾ ਇੰਨੀ ਸਕਸੈਸਫੁਲ ਰਹੀ ਹੈ, ਉਮੀਦ ਤਾਂ ਟ੍ਰੇਲਰ ਦੇਖ ਕੇ ਹੀ ਹੈ ਕਿ ਉਸ ਤੋਂ ਵੀ ਵੱਡੀ ਹਿੱਟ ਹੋਵੇਗੀ, ਬਟ ਵਿਮਨ ਇੰਪਾਵਰਮੈਂਟ ਦੀ ਇੱਕ ਐਗਜ਼ਾਮਪਲ ਜੋ ਤੁਸੀਂ ਹੋ, ਬਟ ਨਿਊ ਕਮਰਸ ਜੋ ਕੁੜੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੀ ਆ? ਓ ਮਾਈ ਗੁੱਡਨੈਸ, ਇਹ ਮੇਰੇ ਲਈ ਹਮੇਸ਼ਾ ਹੀ ਬਹੁਤ ਹੀ ਮੁਸ਼ਕਿਲ ਸਵਾਲ ਹੁੰਦਾ ਹੈ, ਪਤਾ ਨਹੀਂ ਜਿਵੇਂ ਇਹ ਮਿਹਨਤ ਕਰ ਰਹੇ ਨੇ, ਹੈ ਨਾ, ਸਾਰੇ ਮਿਹਨਤ ਕਰ ਰਹੇ ਨੇ, ਉਹ ਵੀ ਮਿਹਨਤ ਕਰਨ, ਵਾਹਿਗੁਰੂ ਪਾਕ ਸ਼ਾਰਟਕਟ ਨਾ ਲੱਭੋ, ਕਿਉਂਕਿ ਮੈਂ ਕੱਲ ਹੀ ਸੋਚ ਰਹੀ ਸੀ ਕਿ ਮੈਨੂੰ 20-25 ਸਾਲ ਹੋ ਗਏ ਐਂਡ ਹੁਣ ਮੈਂ ਆਪਣੀ ਪੇ ਕੱਟ ਨਾਲ ਖੁਸ਼ ਹਾਂ। ਮੈਂ ਆਈ ਵਾਸ ਲਾਈਕ ਯਾਰ ਇੰਨੇ ਸਾਲ ਲੱਗ ਗਏ, ਨਹੀਂ ਤਾਂ ਇੰਸਟੈਂਟਲੀ ਹੁੰਦਾ ਨਾ ਵਿਦ ਹੀਰੋਜ਼, ਇੱਕ ਗਾਣਾ ਹਿੱਟ ਹੋ ਜਾਂਦਾ, ਪਹਿਲੀ ਫਿਲਮ 'ਚ ਇੰਨਾ ਮੰਗ ਲੈਂਦੇ ਹਨ, ਲਾਈਕ ਹੈ ਇੱਕ ਫਿਲਮ ਕੀਤੀ ਨਹੀਂ ਦੈਟ ਮਚ। ਸੋ ਬਸ ਲੱਗੇ ਰਹੋ ਐਂਡ ਇਮਾਨਦਾਰੀ ਨਾਲ ਕੰਮ ਕਰੋ, ਐਂਡ ਓਨਲੀ ਹਾਰਡ ਵਰਕ ਪੇਜ਼ ਆਫ। ਗਾਣਿਆਂ ਦੇ ਵਿੱਚ ਵੀ ਜੱਟ ਸ਼ੇਰ, ਇਹ ਹੁਣ ਸ਼ੇਰ ਨਹੀਂ ਤੇ ਜੱਟੀ ਆ ਗਈ। ਨਹੀਂ, ਮੈਂ ਸ਼ੇਰਨੀ ਨਹੀਂ ਹਾਂ, ਤੁਸੀਂ ਹੋ, ਕਮ ਔਨ। ਬੋਲ ਮਿੱਟੀ ਦਿਆ ਬਾਬਿਆ ਓਏ, ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਓਏ, ਮੇਰਾ ਸੋਹਣਾ ਮਾਹੀ ਆ ਜਾ ਹੋ, ਗਲ ਵਿੱਚ ਮੇਰੇ ਢੋਲਣਾ ਓਏ, ਸਾਨੂੰ ਮਾਫ ਕਰੀ ਮੰਦਾ ਬੋਲਣਾ ਓਏ, ਮੈਨੂੰ ਦਰਸ਼ ਦਿਖਾ ਜਾ, ਆ ਜਾ ਹੋ। ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਵੀ ਸਾਰੇ ਬੂਹੇ ਬਾਰੀਆਂ ਖੋਲ ਕੇ ਹੁਣ ਆਪਣੇ ਸੁਪਨਿਆਂ ਨੂੰ ਦੇਖੋ, ਖੰਭ ਦਿਓ ਤੇ ਉੜੋ। ਵੂਮਨ ਇੰਪਾਵਰਮੈਂਟ ਦੀ ਐਗਜ਼ਾਮਪਲ ਦੇਖੋ ਤੁਹਾਡੇ ਸਾਹਮਣੇ ਬੈਠੀਆਂ ਨੇ, ਤੁਸੀਂ ਵੀ ਨੀਰੂ ਬਾਜਵਾ ਬਣ ਸਕਦੇ ਹੋ, ਪੰਜਾਬੀ ਇੰਡਸਟਰੀ ਦੀ ਸ਼ਾਨ ਵਧਾ ਸਕਦੇ ਹੋ, ਤੁਸੀਂ ਵੀ ਕਲਪਨਾ ਚਾਵਲਾ ਬਣ ਸਕਦੇ ਹੋ। ਸੋ ਫਿਲਮ ਦੇਖੋ, ਵੀ ਬਣ ਸਕਦੇ ਹੋ। ਯੈਸ, ਯੂ ਬਿਗ ਇਨਸਪੀਰੇਸ਼ਨ। ਦੇਖੋ ਇੰਨੇ ਵੱਡੇ ਵੱਡੇ ਐਗਜ਼ਾਮਪਲ ਆਪਾਂ ਦੇ ਚੁੱਕੇ ਹਾਂ। ਸੋ 15 ਸਪਟੈਂਬਰ ਨੂੰ ਤੁਹਾਡੀ ਜ਼ਿੰਮੇਵਾਰੀ ਬੂਹੇ ਬਾਰੀਆਂ ਦੇਖੋ ਤੇ ਬਹੁਤ ਜ਼ਿਆਦਾ ਪਿਆਰ ਦਿਓ, ਕਲੀ ਜੋਟਾ ਤੋਂ ਉੱਪਰ ਇਹਨੂੰ ਹੋਰ ਜ਼ਿਆਦਾ ਹਿੱਟ ਬਣਾਓ, ਤੇ ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬ ਪਲੱਸ ਟੀਵੀ। ਧੰਨਵਾਦ।